ਛੋਟੀਆਂ ਬੱਚੀਆਂ ਘਰ ਹਨ। ਉਹਨਾਂ ਆਖਿਆ ਅੰਮੀ ਅਲੀਜ਼ਾ ਬਾਹਰ ਗਈ ਹੈ, ਚਾਚੀ ਦੇ ਘਰ ਜਾਂਦੀ ਪਈ ਹਾਂ। ਅਸੀਂ ਉਹਦੇ ਸਾਥ ਪਿੱਛੇ ਪਿੱਛੇ ਚੱਲੇ ਹਾਂ, ਅੱਗੋਂ ਗਾਇਬ ਹੋ ਗਈ। ਤੁਸੀਂ ਖੁਦ ਉਹਨੂੰ ਤਲਾਸ਼ ਕਰਦੇ ਰਹੇ, ਤੁਹਾਨੂੰ ਕੋਈ ਕਿਸੇ ਜਗ੍ਹਾ ਤੋਂ ਨਹੀਂ ਮਿਲੀ? ਕਿਸੇ ਨਾ ਬਤਾਇਆ ਹੈ ਨਾ ਕਈ ਜਗ੍ਹਾ ਤੇ ਨਜ਼ਰ ਆਈ ਹੈ। ਸ਼ਾਮੀ ਸਾਨੂੰ ਕਾਲ ਆਈ ਸੀ 7:30 ਵਜੇ, ਜੋ ਅਸੀਂ ਬੱਚੇ ਨੂੰ ਲਈ ਜਾਂਦੇ ਹਾਂ ਮੁਲਤਾਨ। ਅਸੀਂ ਥਾਣੇ ਗਏ, ਰਿਪੋਰਟ ਕਰਾਈਏ, ਅੱਗੋਂ ਉਹ ਨਹੀਂ ਸੁਣਦੇ ਸਾਡੀ, ਅਸੀਂ ਕਿੱਥੇ ਜਾਈਏ। ਆਦਮ ਸਾਨੂੰ ਪੈਸਾ ਦੇ ਸੋ ਤਾਂ ਚੱਲਦੇ, ਤੁਹਾਡਾ 20-25 ਹਜ਼ਾਰ ਦਾ ਖਰਚਾ ਹੈ ਤੇ ਅਸੀਂ ਕਿੱਥੋਂ ਨੂੰ ਮਜ਼ਦੂਰ ਬਣੇ। ਕੌਣ ਕਹਿੰਦਾ ਸੀ ਤੁਹਾਨੂੰ? थानेदार कहना थी। अस्सलाम वालेकुम नाज़रीन, मैं हूं एडी मलिक। मेरे साथ जो एक मजलूम ख़ानदान बैठा हुआ है, इनकी बेटी 14 अगस्त के दिन घर से लापता हो जाती है। ये शख्स जो गरीब आदमी है, ये काम के सिलसिले में घर से बाहर गया होता है और ये ख़ातून भी किसी के यहाँ काम करती है, वहाँ पर होती है। तो इनको जब एक कॉल आती है कि आपकी बेटी हमारे पास है, वो कॉल कौन करने वाला था और किस लिए उसने की, और आज तकरीबन 4 रोज़ गुजर चुके हैं, वो उस बच्ची का कुछ कोई पता नहीं चल रहा। तकरीबन उम्र उसकी 12 से 13 साल है। इनसे जानते हैं कि इनको कैसे पता चला। अच्छा बाजी, मन तुसी दसो कि ਤੁਹਾਡੀ बेटी किन्नी उम्र हैगी है ते ओदा की नाम हैगा? 12 ਸਾਲ 4 ਮਹੀਨੇ ਉਮਰ ਹੈ। ਨਾਮ ਅਲੀਜ਼ਾ। ਅੱਛਾ, ਤੁਸੀਂ ਉਸ ਦਿਨ ਕਿੱਥੇ ਸੀ ਜਿਸ ਦਿਨ ਤੁਹਾਡੀ ਬੱਚੀ ਲਾਪਤਾ ਆ ਹੋਈ? ਮਕਾਮ ਤੋਂ ਆਈਆਂ, ਛੋਟੀਆਂ ਬੱਚੀਆਂ ਘਰ ਹਨ। ਉਹਨਾਂ ਆਖਿਆ ਅੰਮੀ ਅਲੀਜ਼ਾ ਬਾਹਰ ਗਈ ਹੈ, ਚਾਚੀ ਦੇ ਘਰ ਜਾਂਦੀ ਪਈ ਹਾਂ। ਅਸੀਂ ਉਹਦੇ ਸਾਥ ਪਿੱਛੇ ਪਿੱਛੇ ਚੱਲੇ ਹਾਂ, ਅੱਗੋਂ ਗਾਇਬ ਹੋ ਗਈ, नज़र नहीं आई। मैं आ गई जो आधा घंटा हो गए तो वो चली गई है। मैं जो आई, मैं भी ये सारा मोहल्ला पटिया है, कई जगह तो नज़र नहीं आई। ਤੁਸੀਂ ਖੁਦ ਉਹਨੂੰ ਤਲਾਸ਼ ਕਰਦੇ ਰਹੇ, ਤੁਹਾਨੂੰ ਕੋਈ ਕਿਸੇ ਜਗ੍ਹਾ ਤੋਂ ਨਹੀਂ ਮਿਲੀ? किसी ना बताया है ना कई जगह तो नज़र आई है, चुप करते बैठ गए। ਤੇ ਬੱਚੀ ਪੜ੍ਹਦੀ ਸੀ ਸਕੂਲ? 5 पड़ी हुई है। ਅੱਛਾ, ਘਰ ਹੀ ਰਹਿੰਦੀ ਸੀ ਸਾਰਾ ਦਿਨ? हाँ, सारा दिन घर ही है। ਤੇ ਤੁਹਾਨੂੰ ਜਿਸ ਬੰਦੇ ਨੇ ਕਾਲ ਕੀਤੀ ਹੈ ਉਹ ਕੌਣ ਹੈਗਾ ਤੇ ਕਿਉਂ ਉਹਨੇ ਕਾਲ ਕੀਤੀ ਹੈ? सानू नहीं पता। ਕੀ ਕਹਿੰਦਾ ਸੀ ਉਹ ਕਾਲ ਕਰਕੇ? काल यो किता है जो घर तू बाहर आ ते मैं तेन फलानी जगह ते लै जांदा। ਉਹ ਕਾਲ ਕਿਹਨੂੰ ਕੀਤੀ ਸੀ ਉਹਨੇ? ਇਹ ਅੱਲਾ ਜਾਣੇ ਕਿਹਨੂੰ ਕੀਤੀ ਸੀ, ਇਹ ਅੱਲਾ ਜਾਣੇ ਕਿਹਨੂੰ ਕੀਤੀ ਸੀ ਕਾਲ, ਚ ਕੀ ਮਸਲਾ ਹੋਇਆ। ਅਸੀਂ ਮੈਸੇਜ ਪੜ੍ਹਿਆ, ਸ਼ਾਮੀ ਸਾਨੂੰ ਕਾਲ ਆਈ ਸੀ 7:30 ਵਜੇ, ਜੋ ਅਸੀਂ ਬੱਚੇ ਨੂੰ ਲਈ ਜਾਂਦੇ ਹਾਂ ਮੁਲਤਾਨ। ਅਸੀਂ ਨਿਕਾਹ ਕਰ ਤੇ ਫਿਰ ਤੁਹਾਡੇ ਨਾਲ ਰਾਬਤਾ ਕਰਸੂ। ਇਸ ਟਾਈਮ ਤੱਕ ਉਹਨੇ ਰਾਬਤਾ ਨਹੀਂ ਕੀਤਾ। ਅਸੀਂ ਥਾਣੇ ਗਏ, ਰਿਪੋਰਟ ਕਰਾਈਏ, ਅੱਗੋਂ ਉਹ ਨਹੀਂ ਸੁਣਦੇ ਸਾਡੀ, ਅਸੀਂ ਕਿੱਥੇ ਜਾਈਏ। ਤੁਸੀਂ ਮੈਨੂੰ ਇਹ ਦੱਸੋ ਕਿ ਜਿਸ ਬੰਦੇ ਨੇ ਕਾਲ ਕੀਤੀ ਸੀ ਉਹਨੇ ਤੁਹਾਨੂੰ ਕੀ ਨਾਂ ਦੱਸਿਆ ਸੀ ਕਿ ਮੈਂ ਕੌਣ ਬੋਲਣਾ ਪਿਆ, ਕਿਉਂ ਮੈਂ ਇਹਨੂੰ ਬੱਚੀ ਨੂੰ ਲੈ ਕੇ ਜਾ ਰਿਹਾ? ਉਹਨੇ ਨਾਂ ਨਹੀਂ ਦੱਸਿਆ ਸਾਨੂੰ। ਹਾਂਜੀ, ਫਿਰ ਪਹਿਲਾਂ ਕਿਹਾ ਕਿ ਮੈਂ ਲੈ ਕੇ ਜਾ ਰਿਹਾ ਤੇ ਨਿਕਾਹ ਕਰਕੇ ਤੁਹਾਨੂੰ ਦੱਸਾਂਗਾ। ਤੁਹਾਨੂੰ ਦੱਸਾਂਗਾ, ਇੰਨਾ ਗੱਲ ਕੀਤੀ ਹੈ ਸਾਨੂੰ। ਇਹ ਕਿਸ ਦਿਨ ਬੱਚੀ ਦੇ ਲਾਪਤਾ ਹੋਣ ਤੋਂ ਬਾਅਦ ਦੱਸਿਆ ਸੀ ਤੁਹਾਨੂੰ, ਤੁਹਾਡੇ ਨੂੰ ਕਾਲ ਕੀਤੀ ਸੀ ਉਹਨੇ? ਸ਼ਾਮੀ 7 ਵਜੇ, ਜਦੋਂ 14 ਅਗਸਤ ਵਾਲੇ ਦਿਨ ਇੱਥੋਂ 2 ਵਜੇ ਰਵਾਨਾ ਹੋਈ, ਸਾਨੂੰ 7 ਵਜੇ ਉਹਨੂੰ ਫੋਨ ਕੀਤਾ ਸਾਨੂੰ। ਉਹਨੇ ਆ ਕੇ ਫਿਰ ਅਸੀਂ ਮੁਲਤਾਨ ਆਪਣਾਂਗੇ ਤੇ ਤੈਨੂੰ ਰਾਬਤਾ ਕਰਾਂਗੇ, ਫਿਰ ਨਿਕਾਹ ਕਰ ਤੇ ਫਿਰ ਤੈਨੂੰ ਫੋਨ ਕਰਾਂਗੇ। ਹਾਲੇ ਤੱਕ ਪਤਾ ਕੋਈ ਨਹੀਂ। ਅਸੀਂ ਥਾਣੇ ਗਏ, ਉੱਥੇ ਧੱਕੇ ਖਾ ਖਾ ਤੇ ਫਿਰ ਘਰ ਆ ਜਾਂਦਾ, ਕਿੱਥੇ ਜਾਈਏ। ਥਾਣੇ ਵਾਲੇ ਕੀ ਕਹਿੰਦੇ ਨੇ? ਕੁਛ ਨਹੀਂ, ਉਹ ਦਿਨ ਸਾਨੂੰ ਦੱਸੋ ਅਸੀਂ ਫੜੀਏ। ਜਦੋਂ ਉਹਨਾਂ ਨੂੰ ਅਸੀਂ ਨੰਬਰ ਦਿੱਤਾ, ਦੋ ਉਹਦੀ ਕਾਲ ਦਾ ਨੰਬਰ ਦਿੱਤਾ, ਤੁਸੀਂ ਆਪ ਉਹਨਾਂ ਨੂੰ ਲੱਭੋ, ਸਾਨੂੰ ਕਿਉਂ ਆਦੋ। ਆਦਨ ਸਾਨੂੰ ਪੈਸਾ ਦੇ ਸੋ ਤਾਂ ਚੱਲਦਾ, ਤੁਹਾਡਾ 20-25 ਹਜ਼ਾਰ ਦਾ ਖਰਚਾ ਹੈ ਤੇ ਅਸੀਂ ਕਿੱਥੋਂ ਨੂੰ ਮਜ਼ਦੂਰ ਬੰਦੇ। ਕੌਣ ਕਹਿੰਦਾ ਸੀ ਤੁਹਾਨੂੰ? ਥਾਣੇਦਾਰ ਕਹਿੰਦਾ ਸੀ। ਥਾਣੇਦਾਰ ਦਾ ਕੀ ਨਾਮ ਹੈ? ਇਲਿਆਸ। ਉਹ ਕਹਿੰਦਾ ਕਿ 20-25 ਹਜ਼ਾਰ ਰੁਪਇਆ ਦੇਵੋ ਤੇ ਫਿਰ ਅਸੀਂ ਜਾਵਾਂਗੇ, ਤੈਨੂੰ ਫੜ ਕੇ ਲਿਆਵਾਂਗੇ। ਹਾਂ, ਤੁਹਾਡਾ ਖਰਚਾ ਹੋਣਾ ਹੈ ਤੇਲ ਪਾਣੀ ਦਾ। ਮੈਂ ਕਿਹਾ ਅਸੀਂ ਮਾੜੇ ਬੰਦੇ, ਅਸੀਂ ਕਿੱਥੋਂ ਆਣੇ। ਤੁਸੀਂ ਪੈਸੇ ਦਿੱਤੇ ਨੇ ਉਹਨਾਂ ਨੂੰ? 8000 ਦਿੱਤਾ ਪਹਿਲੇ ਦਿਨ। ਉਹ ਕਿਸ ਚੀਜ਼ ਦਾ ਦਿੱਤਾ ਸੀ? ਬਾਅਦ ਮੈਂ ਸਾਰਾ ਕਢਾਣਾ ਡੇਟਾ ਸ਼ੇਟਾ ਤੇ। ਕਿਹੜੇ ਥਾਣੇ ਦਾ ਹੈਗਾ ਜੀ ਜਿਹੜਾ ਐਲਕਾਰ ਹੈਗਾ ਜੀ? ਇਹ ਸੀ ਥਾਣਾ DH ਫੇਸ ਡਿਫੈਂਸ ਸੀ ਥਾਣੇ ਦਾ ਹੈਗਾ? ਹਾਂਜੀ ਸਾਡਾ ਮੁਕੱਦਮਾ ਉੱਥੇ ਦਰਜ ਹੋਇਆ? ਹਾਂਜੀ, ਉੱਥੇ ਦਰਜ ਹੋਇਆ। ਹੁਣ ਅਜੇ ਤੱਕ ਉਹ ਤੁਹਾਨੂੰ ਕੁਝ ਨਹੀਂ ਦੱਸਦੇ ਪਏ ਕਿ ਬੱਚੀ ਕਿੱਥੇ ਗਈ ਹੈ, ਕੌਣ ਲੈ ਕੇ ਗਿਆ ਹੈ? ਹਾਲੀ ਕੋਈ ਪਤਾ ਨਹੀਂ ਚੱਲਦਾ ਪਿਆ। ਉਹ ਦੂਸਰੇ ਨੰਬਰ ਤੇ, ਜਿਹੜਾ ਨੰਬਰ ਤੇ ਉਹਨੇ ਕਾਲਾਂ ਚੱਲ ਜਾ ਪੈਣੇ, ਉਹੀ ਨੰਬਰ ਕੱਢਦਾ ਬੇਟਾ। ਜਿਹੜੇ ਸਾਡੇ ਮੇਨ ਨੰਬਰ ਹਨ ਉਹਨਾਂ ਤੇ ਹਾਲੀ ਤੱਕ ਕੋਈ ਲਾਪਤਾ ਹੈ। ਕਿੱਥੋਂ ਦੇ ਰਹਿਣ ਵਾਲੇ ਹੈਗੇ ਹੋ? ਅਲੀਪੁਰ ਮੁਜ਼ੱਫਰਗੜ੍ਹ ਦੇ ਰਹਿਣ ਵਾਲੇ। ਇੱਥੇ ਤੁਹਾਨੂੰ ਅਜੇ ਤਕਰੀਬਨ 8-10 ਦਿਨ ਹੋਇਆ ਇੱਥੇ ਆਏ? ਹਾਂਜੀ, साल इत्थे होए ते असी पिछे चले गए। ਅੱਛਾ, ਵਾਪਸ ਚਲੇ ਗਏ ਸੀ? हाँ, 1 महीना ला के इत्थे आ गए, सानू हफ्ता हिक हो गया ते ये हाल हो गया।
ਤੁਹਾਡਾ ਨੰਬਰ ਉਸ ਬੰਦੇ ਦੇ ਕੋਲ ਕਿਵੇਂ ਚਲਾ ਗਿਆ ਹੈ? ਇਹ ਸਰ ਜੀ ਪਤਾ ਨਹੀਂ, ਅਸੀਂ ਕੰਮ ਤੇ ਥੱਕ ਕੇ ਆਤੇ ਤੇ ਸੋ ਜਾਂਦੇ ਸੀ ਰਾਤ ਤੇ 10 ਵਜੇ ਗਾਲ ਕਰੇ ਬੱਚੀ ਜਾਂ 2 ਵਜੇ ਕਰੇ, ਸਾਨੂੰ ਇਸ ਚੀਜ਼ ਦਾ ਅਲਮ ਕੋਈ ਨਹੀਂ। ਨੰਬਰ ਕੱਟ ਦੇ ਗਏ, ਸਾਨੂੰ ਕੀ ਪਤਾ ਚੱਲਿਆ। ਤੁਹਾਨੂੰ ਕੋਈ ਸ਼ੱਕ ਹੈ ਕਿ ਕਿਧਰੇ ਬੱਚੀ ਦਾ ਧੜੀ ਦਾ ਉਸ ਸ਼ਖਸ ਦੇ ਨਾਲ ਕੋਈ ਰਾਬਤਾ ਸੀ ਕੋਈ ਪਹਿਲੇ ਤੋਂ? ਨਹੀਂ, ਸਾਨੂੰ ਕੋਈ ਖਬਰ ਨਹੀਂ ਹੁੰਦੀ। ਜੋ ਸਾਨੂੰ ਸ਼ੱਕ ਹੁੰਦਾ ਤਾਂ ਅਸੀਂ ਪਿੰਡੋਂ ਨਾ ਆਉਂਦੇ। ਅੱਛਾ, ਤੁਹਾਨੂੰ ਜੇ ਅਗਰ ਸ਼ੱਕ ਹੁੰਦਾ ਤੁਸੀਂ ਇੱਥੇ ਨਾ ਆਉਂਦੇ ਵੀ? ਆਉਂਦੇ ਅਸੀਂ ਇੱਥੇ। ਹੁਣ ਜਿਹੜਾ ਉਧਰ ਹੀ ਲੈ ਕੇ ਗਿਆ ਮੁਲਤਾਨ ਵਾਲੀ ਸਾਈਡ ਤੋਂ, ਤੁਹਾਨੂੰ ਲੱਗਦਾ ਨਹੀਂ ਹੈ ਕਿ ਤੁਸੀਂ ਵੀ ਉਸੇ ਸਾਈਡ ਦੇ ਰਹਿਣ ਵਾਲੇ ਹੋ ਤੇ ਉਹ ਵੀ ਉਸੇ ਸਾਈਡ ਦਾ ਹੈਗਾ ਜੀ? ਨਹੀਂ ਜੀ, ਹੁਣ ਉਹਦਾ ਡੇਟਾ ਕਢਾਇਆ ਅਸੀਂ, ਉਹ ਕਹਿੰਦਾ ਮੈਂ ਉਕਾੜੇ ਦੇ ਪਤੋਕੀ ਦੇ ਰਹਿਣ ਵਾਲਾ। ਹਾਂਜੀ, ਅੱਜ ਹੁੰਦਾ ਸਾਨੂੰ ਮਿਲਿਆ ਨਿਕਾਹ ਫਾਰਮ ਵੀ ਆ ਗਿਆ, ਫੋਟੋ ਵੀ ਆ ਗਏ ਉਹਦੇ। ਤੁਹਾਡੀ ਬੱਚੀ ਦਾ ਨਿਕਾਹ ਫਾਰਮ ਵੀ ਆ ਗਿਆ? ਨਿਕਾਹ ਹੋ ਨਹੀਂ ਸਕਦਾ, ਜਾਲੀ ਨਿਕਾਹ ਪਾ ਦਿੱਤੇ ਨੇ। ਤੁਹਾਡੀ ਬੱਚੀ ਨੂੰ ਜ਼ਬਰਦਸਤੀ ਅਗਵਾ ਕਰਕੇ ਲੈ ਕੇ ਤੇ ਉਹਨਾਂ ਨੇ ਜ਼ਬਰਦਸਤੀ ਨਿਕਾਹ ਕੀਤਾ ਜੀ? ਉਹਨਾਂ ਜ਼ਬਰਦਸਤੀ ਸੇ ਅਗਵਾ ਕਰਦੇ ਮੈਂ ਨਿਕਾਹ ਕੀਤਾ, ਸਾਡੇ ਨਾਲ ਜ਼ੁਲਮ ਹੋ ਗਿਆ ਤੇ ਕਿੱਥੇ ਜਾ। ਹੁਣ ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ ਹੈਗਾ ਜੀ? ਸਾਡੀ ਬੱਚੀ ਵਾਪਸ ਆ ਜਾਏ। ਸਾਡੀ ਬੱਚੀ ਵਾਪਸ ਆ ਜਾਵੇ ਤੇ ਉਹਨਾਂ ਨਾਲ ਕਾਰਵਾਈ ਕਰਨ। ਕਿਉਂ ਐਸਾ ਹੋਇਆ? ਤੁਹਾਡੀ ਬੱਚੀ ਦੇ ਨਾਲ ਕੋਈ ਗੱਲ ਹੋਈ ਹੈ? ਨਹੀਂ ਹੋਈ, ਇਸ ਟਾਈਮ ਤੱਕ ਗੱਲ ਨਹੀਂ ਹੋਈ। ਜਿਸ ਦਿਨ ਦੀ ਬੱਚੀ ਗਾਇਬ ਹੋਈ ਹੈ ਉਹਨੇ ਕੋਈ ਰਾਬਤਾ ਨਹੀਂ ਕੀਤਾ, ਕੋਈ ਗੱਲਬਾਤ नहीं की? ਗੱਲਬਾਤ नहीं होती भाई। जी बिल्कुल नाज़रीन, आप इस शख्स को, गरीब इंसान को देख रहे हैं किस तरह से ये हज़ारों कतार रो रहा है, और बच्ची की उम्र ये बेफाम भी आप देख सकते हैं कि इसकी उम्र तकरीबन कुछ 12.5 साल बनती है, जो कि किसी भी कानून के मुताबिक इस बच्ची का निकाह नहीं हो सकता, क्योंकि बच्ची नाबालिग है, बच्ची कम उम्र है। और जिन लोगों ने इस बच्ची को अगवा किया है और उन लोगों का मकसद क्या था इस बच्ची को अगवा करने का, ये आप बड़ी अच्छी तरह से समझ सकते हैं कि इस तरह जो कम उम्र जो बच्चियां होती हैं जो घर से लापता हो जाती हैं और फिर उनको उनका एक निकाह नामा शो कर दिया जाता है कि हमने, इस लड़की ने हमारे साथ जो है वो निकाह कर लिया। तो ये मैं नहीं समझता कि इस तरह का कोई निकाह होता है। ये ज़बरदस्ती जो एक किस्म का किसी को धमका लें, ज़बरदस्ती उससे निकाह करवा लें और उसके बाद उससे क्या कुछ आप करवाएं या करवा सकते हैं, इसकी कोई भी गारंटी नहीं दे सकता। गरीब इंसान से, गरीब ख़ानदान से इस बच्ची को बाजियाब करवाने के लिए जो मुतलका पुलिस है, उसके अहलकारान जिनको ये मुकदमा मार्क हुआ है, वो जनाब फरमाते हैं कि 20 से 25 हज़ार रुपया दो तो वो हम जाकर उसे पकड़ कर लेंगे। तेल पानी का खर्चा मिल सी ते असीं जांदे, साडे नाल चलो तुसीं, अगों बंदा फड़ी जे ना फड़ी जे खर्चा तुहाडा हो जाण ते सानू इस चीज़ ते साडे कोल होवन पैसे तां असीं जाइए। माड़े बंदे ना कुछ है ना, असीं उस दिन दी रोटी नहीं खाधी तां हाल बुरा हो गया। जी बिल्कुल नाज़रीन, जब इस तरह का कोई किसी के साथ भी कोई वाक़या होता है तो यकीनन उनके लिए जीना मुश्किल हो जाता है। और ये आंसू जो हैं, ये एक बाप के आंसू हैं जिसकी बेटी, इनकी तकरीबन 8 बेटियां हैं, जो कि दूसरे नंबर पर वो बेटी थी जिसको अगवा किया गया, और उसके बाद इनको एक कॉल करके बताया जाता है कि हम आपको बता देंगे कि आपकी बेटी कहाँ पर है, और उसके बाद इनको निकाह नामा भी दिखाया जाता है, इनको भेजा जाता है कि ये हमने निकाह कर लिया है। ऐसे निकाह की तो कोई अहमियत नहीं होती भी। मैं उम्मीद करता हूँ कि जो इस वीडियो को देख रहा है या वो बच्ची इस वीडियो को देख रही है, तो उनसे गुजारिश करूँगा कि आप अपने घर वापस आ जाएं, और पुलिस के अफसरान से भी गुजारिश करूँगा कि इनकी बेटी को, इनकी बच्ची को पूरी बाजियाब करवाया जाए, ताकि वो किसी ऐसे मकरूह धंधे में ना चली जाए जिसका हमेशा हर बाप को, हर माँ को डर होता है। इसी के साथ इजाज़त चाहूँगा। अल्लाह निगहबान।